Hello everyone, myself Navneet. Welcome back to my YouTube channel. Firstly, subscribe my channel if you want to boost your score in each and every module. ਅੱਜ ਆਪਾਂ ਡਿਸਕਸ ਕਰਾਂਗੇ ਬਹੁਤ ਹੀ ਇੰਪੋਰਟੈਂਟ ਟੌਪਿਕ ਦੈਟ ਇਜ਼ ਨੋਨ ਐਜ਼ ਅ ਲਿਸਨਿੰਗ ਦੇ ਜਿਹੜੇ ਪੋਰਸ਼ਨ ਦੀ ਆਪਾਂ ਗੱਲ ਕਰਨੀ ਆ ਉਹ ਬਹੁਤ ਇੰਪੋਰਟੈਂਟ ਐਂਡ it is also challengeable in order to tackle some of and identify the questions which we can see in the maps. ਅੱਜ ਆਪਾਂ ਡਿਸਕਸ ਕਰਾਂਗੇ ਮੈਪ ਦੇ ਬਾਰੇ ਜਿਹੜਾ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਲਿਸਨਿੰਗ ਦੇ ਵਿੱਚ ਟੂ ਮਚ ਚੈਲੰਜੇਬਲ ਹੈ ਫॉर द ਕੈਂਡੀਡੇਟਸ ਬਟ ਮੇਰੇ ਐਕਸਪੈਰੀਮੈਂਟ ਤੋਂ ਬਾਅਦ ਕਦੇ ਤੁਹਾਡਾ ਜਿਹੜਾ ਮੈਪ ਹੈ ਲਿਸਨਿੰਗ ਦਾ ਉਹ ਕਦੇ ਗਲਤ ਨਹੀਂ ਹੋਊਗਾ ਤੇ ਉਹਦੇ ਜਿੰਨੇ ਵੀ ਕੁਐਸਚਨ ਹੈ ਮਤਲਬ ਮੈਕਸਿਮਮ ਤੋਂ ਮੈਕਸਿਮਮ ਤੁਸੀਂ ਫਾਈਂਡ ਆਊਟ ਕਰ ਸਕੋਗੇ अगर वो 7-5 क्वेश्चनस हैं तो वो एक अद्धा थोड़ा गलत हो सकता है बट इन्ने क चेंज आऊगा मेरी वीडियो तो बाद थोड़ी जेडे मैप सैक्शन दे विच एक चीज़ मैं एक्सपेरीमेंट करा दूँगी नाल दी नाल तुसी एक दो होर मैप फाइंड आउट करके यूट्यूब तो उहदे ते तुसी एक्सपेरीमेंट करना है जिस अकॉर्डिंग मैं कुछ टिप्स दूँगी जिमें कि सारे कैंडीडेट्स की करते हैं एक मैप जो आ जाता है उन्होंने आइडेंटिफाई नहीं करते उन्होंने एनालाइज नहीं करते वो जस्ट की पढ़ते हैं डायरैक्शनस पढ़ते हैं लाइक डेस्टिनेशनस पढ़ते हैं डेस्टिनेशनस उन्होंने पढ़ लैनियाँ उस तो बाद दूसरे को प्रॉपरली एनालाइज नहीं करते सब तो पहला मैं ये चीज़ दसना चाहती हाँ जे तुसी चाहुंदे हो कि लिसनिंग दे विचों स्कोर बूस्ट होवे जदों तुहानूं इन बिटवीन चो टाइम मिलता है ट्राई टू रीड ईच एंड एवरी क्वेश्चन एंड अंडरलाइन द क्लूज ठीक है ਜਿਹੜੇ ਵੀ क्यूज़ ਤੁਹਾਨੂੰ ਮਿਲਦੇ ਆ ਜਿਹੜੇ ਵੀ क्लूज़ ਹੁੰਦੇ ਆ ਤੁਹਾਡੇ ਕੋਲੇ ਉਹਨਾਂ ਨੂੰ ਤੁਸੀਂ ਅੰਡਰਲਾਈਨ ਕਰਨਾ ਸਿੱਖੋ ਅੰਡਰਲਾਈਨ ਤੁਸੀਂ ਕਿੱਦਾਂ ਕਰਨਾ ਹੈ ਲਾਈਕ ਜਿਵੇਂ ਐਡਰੈਸ ਹੋ ਗਿਆ ਨੇਮ ਹੋ ਗਿਆ ਉਦਾਂ ਤੁਸੀਂ ਅੰਡਰਲਾਈਨ ਕਰ ਦਿਓ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ 60 ਸੈਕਿੰਡਸ ਮਿਲਦੇ ਆ ਜਦੋਂ ਤੱਕ ਉਹ ਐਗਜ਼ਾਮਪਲ ਬੋਲਦਾ ਉਹ ਕੀ ਬੋਲੂਗਾ 40 ਕੁਐਸਚਨ ਹੈ ਐਵੇਂ ਹੈ ਉਦਾਂ ਹੈ ਠੀਕ ਹੈ ਲਾਈਕ ਇੱਕ ਵਾਰ ਲਿਸਨਿੰਗ ਚੱਲੂਗੀ ਇਦਾਂ ਨਹੀਂ ਹੋਣੀ ਰਿਪੀਟ ਸਮ ਆਫ ਦ ਇੰਸਟਰਕਸ਼ਨ ਇਜ਼ ਗਿਵਨ ਟੂ ਦ एग्जामिनर इन द लिसनिंग टैसट ਦੇ ਵਿੱਚ ਕੁਛ ਆਪਾਂ ਨੂੰ ਇੰਸਟਰਕਸ਼ਨਸ ਦਿੰਦੇ ਆ ਤਾਂ ਉਸ ਟਾਈਮ ਤੇ ਤੁਸੀਂ ਕੁਝ ਨਹੀਂ ਦੇਖਣਾ ਤੁਸੀਂ ਕੀ ਕਰਨਾ ਹੈ 1 to 10 ਕੁਐਸਚਨ ਰੀਡ ਕਰਨੇ ਆ ਇਫ ਯੂ ਹੈਵ ਸਮ ਮੋਰ ਟਾਈਮ ਗੋ ਵਿਦ 11 to 20 then after that if you have some time then go with the 21 to 25 and you should spend more time on the MCQs and एनालाइज द मैप एंड डायरैक्शन ऑफ द मैप ਦੀਆਂ ਜਿਹੜੀਆਂ ਡਾਇਰੈਕਸ਼ਨਸ ਹੈ ਮੈਪ ਦੇ ਵਿੱਚ ਜਿਹੜੀ ਵੀ ਮਤਲਬ ਅੱਡ ਡੈਸਟੀਨੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਐਨਾਲਾਈਜ਼ ਕਰਨ ਦੇ ਲਈ ਤੁਸੀਂ ਕੀ ਕਰਨਾ ਉਹਨੂੰ ਆਇਡੈਂਟੀਫਾਈ ਕਰਨਾ ਪਹਿਲਾਂ ਤਾਂ ਤੁਸੀਂ ਜਿਹੜੇ ਨੀਚੇ ਕਲੂਜ਼ ਦਿੱਤੇ ਹੁੰਦੇ ਆ ਉਹਨਾਂ ਤੇ ਤੁਸੀਂ ਨਹੀਂ ਜਾਣਾ ਤੁਸੀਂ ਕਿਹਦੇ ਤੇ ਜਾਣਾ ਤੁਸੀਂ ਮੈਪ ਨੂੰ ਪ੍ਰੋਪਰ ਐਨਾਲਾਈਜ਼ ਕਰਨਾ ਪਰ ਉਹ ਐਨਾਲਾਈਜ਼ ਕਿਵੇਂ ਕਰਨਾ ਉਹੀ ਕਨਫਰਮ ਨਹੀਂ ਹੁੰਦਾ इन बिटवीन च जो टाइम मिलूगा तो तुसी की करना है सम ऑफ द स्टूडेंट का जो मैप है वो गलत क्यों जाता है क्योंकि वो अपने मैप के आ क्वेश्चन पढ़ने स्टार्ट कर देने ये नहीं पढ़ने राजे ये तो वो लाइन वाइज बोलूगा ही बोलूगा जो एग्जामिनर थोनों एक मैप ਨੂੰ ਆਇਡੈਂਟੀਫਾਈ ਕਰਾਊਗਾ ਜਦੋਂ ਐਗਜ਼ਾਮੀਨਰ ਤੁਹਾਨੂੰ ਬੋਲੂਗਾ ਵੀ ਆਹ ਡਾਇਰੈਕਸ਼ਨ ਇੱਥੇ ਸਿਟੂਏਟਡ ਤਾਂ ਉਸ ਟਾਈਮ ਤੇ ਤੁਸੀਂ ਆ ਜਿਹੜੀਆਂ ਡਾਇਰੈਕਸ਼ਨ ਹੈ ਇਹਦੇ ਵਿੱਚ ਫਾਈਂਡ ਆਊਟ ਕਰਨੀ ਹੈ ਤਾਂ ਉਹ ਫਾਈਂਡ ਆਊਟ ਕਰਨ ਤੋਂ ਪਹਿਲਾਂ ਤੁਸੀਂ ਕੁਐਸਚਨ ਫਾਈਂਡ ਆਊਟ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਫਸਟਲੀ ਗੋ ਵਿਦ ਮੈਪ ਸਭ ਤੋਂ ਪਹਿਲਾਂ ਤੁਸੀਂ ਮੈਪ ਤੇ ਜਾਣਾ ਹੈ ਮੈਪ ਦੀਆਂ ਡਾਇਰੈਕਸ਼ਨਸ ਫਾਈਂਡ ਆਊਟ ਕਰਨੀਆਂ ਜਿਵੇਂ ਆਪਾਂ ਨੂੰ ਇੱਥੇ ਦਿੱਤਾ ਹੋਇਆ ਠੀਕ ਹੈ ਨਾਰਥ ਵੈਸਟ ਈਸਟ ਜਿਹੜਾ ਆਪਾਂ ਨੂੰ ਦਿੱਤਾ ਹੋਇਆ ਸਾਊਥ ਵਾਲਾ ਪੋਰਸ਼ਨ ਠੀਕ ਹੈ ਉਹਨੂੰ ਤੁਸੀਂ ਸਾਈਡ ਤੇ ਲਿਖ ਲੈਣਾ ਲਾਈਕ ਆਪਾਂ ਕੀ ਲਿਖਾਂਗੇ ਇੱਥੇ ਵੈਸਟ ਲਿਖ ਲਿਆ ਇੱਥੇ ਈਸਟ ਹੋ ਗਿਆ ਇਟ ਵਿਲ ਬੀ ਨਾਰਥ ਇਟ ਵਿਲ ਬੀ ਸਾਊਥ ਤਾਂ ਇਹ ਕਨਫਰਮ ਨਹੀਂ ਹੁੰਦਾ ਕਿ ਉਹ ਡਾਇਰੈਕਸ਼ਨ ਦੇ ਅਕੋਰਡਿੰਗ ਹੀ ਬੋਲੂਗਾ ਤਾਂ ਤੁਸੀਂ ਉਹਦੇ ਨਾਲ ਕੀ ਲਿਖ ਲੈਣਾ ਰਾਈਟ ਲਿਖ ਲਿਆ ਇੱਧਰ ਲੈਫਟ ਲਿਖ ਲਿਆ ਇੱਥੇ ਅਬਵ ਹੋ ਗਿਆ ਇੱਥੇ ਡਾਊਨ ਹੋ ਗਿਆ सब तो पहले मैं कुछ नहीं किया मैं की किया डायरैक्शन देखिया भी इतने डायरैक्शन गिवन है तां करके मैं लिख लिया सो दैट जो आप जाइए तो आपको क्लीयर हो कि इधर वैस्ट है इधर ईस्ट है ऊपर नॉर्थ है नीचे साउथ है तो उस अकॉर्डिंग थोड़ी डायरैक्शन लभनी बहुत ईजी हो जाती है फस्ट पॉइंट सैकेंड पॉइंट ये चीज़ है जो तुसी अपना मैप एक्सप्लेन करते हो एग्जामाइन करते हो तो तुसी सारिया चीज़ों इकट्ठा एक्सप्लेन मतलब लुक आफ्टर करी जाने होने हो कि हाँ इत्थे आ चीज़ है इत्थे आ चीज़ है सारी इकट्ठी नहीं देखनी तुसी की करना है वो डेस्टिनेशन फाइंड आउट करनी है जिहदी कल्ली है ਜਿਹੜੀ ਡੈਸਟੀਨੇਸ਼ਨ ਕੱਲੀ ਹੈ ਲਾਈਕ ਜਿਹੜੀ ਡੈਸਟੀਨੇਸ਼ਨ ਦੇ ਵਿੱਚ ਬਹੁਤ ਸਾਰੀ ਸਪੇਸ ਹੈ ਠੀਕ ਹੈ ਦ ਡੈਸਟੀਨੇਸ਼ਨ ਵਿਚ ਇਜ਼ ਵੈਰੀ ਈਜ਼ੀਐਸਟ ਇਨ ਆਰਡਰ ਟੂ ਫਾਈਂਡ ਟਰਾਈ ਟੂ ਟਿਕ ਦਿਸ ਡੈਸਟੀਨੇਸ਼ਨ ਹੁਣ ਇਸ ਡੈਸਟੀਨੇਸ਼ਨਸ ਦੇ ਵਿੱਚ ਦੇਖੋ 3 ਡੈਸਟੀਨੇਸ਼ਨ ਹੈ ਜਿਹੜੀਆਂ ਆਪਾਂ ਨੂੰ ਪ੍ਰੋਪਰਲੀ ਕਲੀਅਰ ਹੋਣਗੀਆਂ ਦੇਖੋ ਸਭ ਤੋਂ ਪਹਿਲਾਂ ਕੀ ਹੈ ਆਪਣੇ ਕੋਲੇ ਬੀ ਵਾਲਾ ਜਿੱਥੇ ਆਪਾਂ ਨੂੰ ਨਾਰਥ ਗੇਟ ਦਿੱਤਾ ਉੱਥੇ ਬੀ ਦੇ ਨਾਲ ਕੀ ਹੈ ਆਪਣੇ ਕੋਲੇ ਗ੍ਰੇਟ ਹਾਲ ਐਂਡ ਟਾਵਰ ਹੈ ਇਹਦੇ ਨਾਲ ਇੱਕ ਹੀ ਡੈਸਟੀਨੇਸ਼ਨ ਹੈ ਸੋ ਇਹ ਆਪਾਂ ਨੇ ਐਗਜ਼ਾਮਾਈਨ ਕਰ ਲਈ ਫਿਰ ਉਸ ਤੋਂ ਬਾਅਦ ਤੁਸੀਂ ਐਨਾਲਾਈਜ਼
एनालाइज किनू करोगे, एफ वाली डायरैक्शन नू जिहड़ी टोटली बाहर निकल रही है। फिर की है अपने कोले ब्रिज तो अबब वाला सैक्शन है, इत्थे ए वाला सैक्शन हो गया। उस तो बाद इधर अपने कोले लैफ्ट साइड दे विच जिहड़ा पोर्शन दिता होया वो की हो जाऊगा, अपने कोले जी वाला सैक्शन आऊगा। सॉरी, इस चीज़ नू आपां लैफ्ट साइड ते राइट साइड दे नाल जिवें आपां एक्सप्लेन किया सीगा, अबब ते डाउन दे नाल भी वो एक्सप्लेन कर सकदा है। तां अपने कोले जिहड़ा लैफ्ट साइड दे विच आ जिहड़ा पोर्शन आपां नूं ब्रिज दे विच दिता है तां वो चीज़ हो जूगी। ते उस तो बाद अपने कोले देखो वो स्टार्ट कित्थों करूगा, मेन एंट्रेंस तो ऑबवियस। तां सारियां आपां पोर्शन ये रिवर है उहनूं भी पढ़ लिया। फिर उस तो बाद एंट्रेंस तो स्टार्ट करूगा। जदों वो एंट्रेंस तो स्टार्ट करूगा, ट्राई टू गो विद इट प्रॉपरली। तुसी उस टाइम ते इत्थे लॉक कर लेना अपने आप नूं भी हाँ मैं पूरा ग्राफ है जिहड़ा वो प्रॉपरली सुनना है। कई बार वो की हुंदा वध एक्सप्लेनेशन देन लग जांदा ते आपां डर जांदे आ कि हाँ डेफिनेटली किते मेरा लंघ ना गया होवे, बट इदां कुछ नहीं हुंदा। ठीक है, ट्राई टू मतलब फाइंड आउट ईच एंड एवरी डेस्टिनेशन विद फुल ऑफ कॉन्शियसनैस ऑफ योर माइंड। ਤਾਂ ਆਪਾਂ ਇਸ ਚੀਜ਼ ਨੂੰ ਅੱਜ ਐਕਸਪੈਰੀਮੈਂਟ ਕਰਨਾ ਹੈ। ਕਿਹੜੇ ਟਿਪਸ ਹੋ ਗਏ? ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਚੀਜ਼ ਨੂੰ ਨਹੀਂ ਪੜ੍ਹਨਾ। इस चीज़ ਨੂੰ ਤੁਸੀਂ ਜਸਟ ਇੱਕ ਵਾਰ ਬਸ 1 ਸੈਕਿੰਡ ਲਈ ਜਦੋਂ ਉਹ ਬੋਲ ਰਿਹਾ ਹੁੰਦਾ ਉਸ ਟਾਈਮ ਤੇ ਤੁਸੀਂ ਇੱਕ ਸਾਈਡ ਲਈ ਦੇਖੋਗੇ, ਦੈਨ ਡੈਫੀਨੇਟਲੀ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਹਾਂ ਇੱਥੇ ਡੈਫੀਨੇਟਲੀ ਕੋਈ ਜਿਹੜੀ ਡੈਸਟੀਨੇਸ਼ਨ ਹੈ ਉਹ ਆਪਾਂ ਨੂੰ ਬੋਲੂਗਾ। ਤਾਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਡਾਇਰੈਕਸ਼ਨਸ ਰਾਈਟ ਕਰਨੀ ਹੈ ਔਨ ਯੋਰ ਮੈਪ। ਸੈਕਿੰਡ ਪੋਰਸ਼ਨ ਦੇ ਵਿੱਚ ਕੀ ਕਰਨਾ ਹੈ, ਜਿਹੜੀਆਂ ਤੁਹਾਡੀਆਂ ਬਲੈਂਕ ਸਪੇਸਿਸ, ਜਿਹੜੀਆਂ ਸਪੇਸ ਜਿਹਦੇ ਵਿੱਚ ਵੱਧ ਹੈ, ਜਿਹੜੀ ਡੈਸਟੀਨੇਸ਼ਨ ਦੇ ਵਿੱਚ ABC ਲਿਖਿਆ ਹੋਇਆ ਉਸ ਡੈਸਟੀਨੇਸ਼ਨ ਦੇ ਵਿੱਚ ਸਪੇਸ ਬਹੁਤ ਸਾਰੀ ਹੈ ਤੇ ਉਹ ਮਤਲਬ ਜਿਵੇਂ ਆਪਾਂ ਕਹਿ ਦਈਏ ਸੈਪਰੇਟ ਪੋਰਸ਼ਨ ਦੇ ਵਿੱਚ ਐਗਜ਼ਾਮਾਈਨ ਕੀਤੀ ਹੋਈ ਆ, ਤਾਂ ਉਹ ਡੈਸਟੀਨੇਸ਼ਨ ਤੇ ਤੁਸੀਂ ਪਹਿਲਾਂ ਜਾਣਾ। ਤਾਂ ਉਹ ਡੈਸਟੀਨੇਸ਼ਨ ਨੂੰ ਤੁਸੀਂ ਐਗਜ਼ਾਮਾਈਨ ਕਰ ਲਿਆ। ਜੇ ਇਨ ਕੇਸ ਇਨ ਬਿਟਵੀਨ ਵਾਲੀਆਂ 2-3 ਡੈਸਟੀਨੇਸ਼ਨਸ ਇਕੱਠੀਆਂ ਦਿੱਤੀਆਂ ਹੋਈਆਂ ਉਹਨਾਂ 'ਚ ਤੁਸੀਂ ਕਨਫਿਊਜ਼ ਵੀ ਹੋਗੇ ਤਾਂ ਅਗਰ ਅਦਰ ਕੁਐਸਚਨਸ ਆ ਜਿਹੜੇ ਉਹ ਈਜ਼ੀਲੀ ਫਾਈਂਡ ਆਊਟ ਹੋ ਜਾਣਗੇ ਤੁਹਾਡੇ। ਇਸ ਲਈ ਤੁਸੀਂ ਹੁਣ ਐਕਸਪੈਰੀਮੈਂਟ ਜਦੋਂ ਮੈਂ ਹੁਣ ਕਰੂੰਗੀ ਤਾਂ ਉਹਨੂੰ ਪ੍ਰੋਪਰਲੀ ਤੁਸੀਂ ਦੇਖਿਓ ਵੀ ਆਪਾਂ ਕਿਵੇਂ ਕਿਹੜੀ ਚੀਜ਼ ਫਾਈਂਡ ਆਊਟ ਕਰਨੀ ਹੈ। ਇਹਦੇ ਲਈ ਸਿਰਫ 2-3 ਟਿਪਸ ਹੀ ਆ। ਲਾਈਕ ਪਹਿਲਾਂ ਡਾਇਰੈਕਸ਼ਨਸ ਫਾਈਂਡ ਆਊਟ ਕਰੋ, ਫਿਰ ਉਹ ਡੈਸਟੀਨੇਸ਼ਨਸ ਫਾਈਂਡ ਆਊਟ ਕਰੋ ਜਿਹੜੀਆਂ ਜਮ੍ਹਾਂ ਕੱਲੀਆਂ ਐਂਡ ਉਹ ਈਜ਼ੀ ਟੂ ਕੈਰੀ ਆ, ਲਾਈਕ ਐਨਾਲਾਈਜ਼ ਕਰਨੀਆਂ ਬਹੁਤ ਈਜ਼ੀ ਆ। ਠੀਕ ਹੈ, ਟਰਾਈ ਟੂ ਕੈਰੀ ਦੀਜ਼ ਟਾਈਪ ਆਫ ਡੈਸਟੀਨੇਸ਼ਨ। ਦੈਨ ਆਫਟਰ ਦੈਟ ਗੋ ਵਿਦ ਅਲੋਂਗ ਦਾ ਮੈਪ ਨੂੰ ਪ੍ਰੋਪਰ ਐਨਾਲਾਈਜ਼ ਕਰ ਲਓ। ਫਿਰ ਉਸ ਤੋਂ ਬਾਅਦ ਜਦੋਂ ਇਨ ਬਿਟਵੀਨ 'ਚ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੂਗਾ ਉਸ ਟਾਈਮ 'ਤੇ ਤੁਸੀਂ ਐਗਜ਼ਾਮਾਈਨ ਕਰ ਲਿਆ ਇੱਕ ਵਾਰ। ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਉਹ ਬੋਲੂਗਾ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਕੁਛ 30 ਸੈਕਿੰਡ ਫੇਰ ਦਊਗਾ ਕਿ ਹਾਂ ਤੁਸੀਂ ਆਪਣੇ ਕੁਐਸਚਨ ਨੂੰ ਰੀਡ ਆਊਟ ਕਰ ਲਓ, ਤਾਂ ਉਸ ਟਾਈਮ 'ਤੇ ਵੀ ਉਹਨੂੰ ਰੀਡ ਆਊਟ ਕਰਨਾ। ਜਦੋਂ ਉਹ 2 ਵਾਰ ਇੱਕ ਵਾਰ ਮਾਈਂਡ ਦੇ ਵਿੱਚ ਆਪਾਂ ਨੇ ਜਸਟ ਐਨਾਲਾਈਜ਼ ਕੀਤਾ, ਫਿਰ ਉਸ ਤੋਂ ਬਾਅਦ ਉਹਨੂੰ ਦੁਬਾਰੇ ਜਦੋਂ ਆਪਾਂ ਮਾਈਂਡ ਦੇ ਵਿੱਚ ਰਿਪੀਟ ਕੀਤਾ ਦੈਨ ਡੈਫੀਨੇਟਲੀ ਤੁਹਾਨੂੰ ਸਾਰਾ ਗ੍ਰਾਫ ਕਲੀਅਰ ਹੋ ਜਾਊਗਾ, ਸਾਰਾ ਮੈਪ ਕਲੀਅਰ ਹੋ ਜਾਊਗਾ। then each and every destination you can find out according to the examiner which will be given in your listening test, है ना। ਤਾਂ ਫਿਰ ਉਸ ਤਰੀਕੇ ਦੇ ਨਾਲ ਤੁਸੀਂ ਪ੍ਰੋਪਰਲੀ ਫਾਈਂਡ ਆਊਟ ਕਰੋਗੇ। ਚਲੋ ਲੈਟਸ ਗੋ ਵਿਦ ਦ ਐਕਸਪੈਰੀਮੈਂਟ। ਕਿਵੇਂ ਆਪਾਂ ਐਕਸਪੈਰੀਮੈਂਟ ਕਰਾਂਗੇ, ਚਲੋ ਦੇਖਦੇ ਹਾਂ। Questions 16 to 20. Now, if you can take a look at your plans, you'll see Branley Castle has 4 towers joined together by a high wall with the river on 2 sides. Don't miss seeing the Great Hall. That's near the river in the main tower, the biggest one, which was extended and redesigned in the 18th century. If you want to get a good view of the whole castle, you can walk around the walls. The starting point's quite near the main entrance. Walk straight down the path until you get to the south gate, and it's just there. Don't go on to the north gate. There's no way up from there. There'll shortly be a show in which you can see archers displaying their skill with a bow and arrow. The quickest way to get there is to take the first left after the main entrance and follow the path past the bridge. Then you'll see it in front of you at the end. If you like animals, there's also a display of hunting birds, falcons and eagles and so on. If you go from the main entrance in the direction of the south gate, but turn right before you get there instead of going through it, you'll see it on your right, past the first tower. At 3 p.m, there's a short...
ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਕਿਹਾ ਸੀਗਾ, ਇਹਦੇ ਵਿੱਚ ਆਪਾਂ ਨੂੰ ਕਿਹਾ ਸੀਗਾ ਕਿ ਸਟਾਰਟਿੰਗ ਪੁਆਇੰਟ ਹੈ ਜਿਹੜਾ ਵਾਕਿੰਗ ਵਾਲਸ ਦਾ ਉਹ ਕਿੱਥੇ ਆ। ਉਹ ਕਹਿੰਦੇ ਵੀ ਮਤਲਬ ਜੇ ਤੁਸੀਂ ਇਸ ਕੈਸਲ ਤੋਂ ਜਾਂਦੇ ਹੋ ਤਾਂ 4 ਟਾਵਰ ਹੈ ਜਿਹੜੇ ਉਹ ਪ੍ਰੋਪਰਲੀ ਦੇਖੋ। ਉਸ ਤੋਂ ਬਾਅਦ ਆਪਾਂ ਨੂੰ ਦੱਸਿਆ ਸੀ ਕਿ ਐਂਟਰੈਂਸ ਤੋਂ ਚੱਲੋ। ਐਂਟਰੈਂਸ ਤੋਂ ਜਦੋਂ ਆਪਾਂ ਗਏ ਉਹ ਕਹਿੰਦੇ ਹਿੱਟ ਕਰੋ ਸਾਊਥ ਗੇਟ ਨੂੰ, ਤੇ ਉੱਥੇ ਤੁਹਾਡਾ ਮੇਨ ਹੈ ਜਿਹੜਾ ਸਟਾਰਟਿੰਗ ਪੁਆਇੰਟ ਆਫ ਦਾ ਵਾਕਿੰਗ ਵਾਲ ਹੈ ਉਹ ਉੱਥੇ ਪ੍ਰੈਜ਼ੈਂਟ ਹੈ। ਤਾਂ ਆਨਸਰ ਕੀ ਹੋ ਗਿਆ ਆਪਣੇ ਕੋਲੇ, ਐਚ ਹੋ ਗਿਆ। ਉਸ ਤੋਂ ਬਾਅਦ ਉਹਨੇ ਕੀ ਕਿਹਾ ਸੀਗਾ, ਕਹਿੰਦੇ ਨੌਰਥ ਗੇਟ 'ਤੇ ਤੁਸੀਂ ਨਹੀਂ ਜਾਣਾ। ਫਿਰ ਉਸ ਤੋਂ ਬਾਅਦ ਉਹਨੇ ਕਿਹਾ ਕਹਿੰਦੇ ਜੇ ਤੁਸੀਂ ਮਤਲਬ ਆਰਟਿਸਟ ਵਗੈਰਾ ਦੇ ਵਿੱਚ ਮਤਲਬ ਕਰਾਫਟ ਵਗੈਰਾ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਊਗਾ, ਵਾਪਸ ਮੇਨ ਐਂਟਰੈਂਸ 'ਤੇ ਵਾਪਸ ਆਉਣਾ ਪਊਗਾ। ਦੈਨ ਟਰਨ ਫਸਟ ਲੈਫਟ ਤੁਸੀਂ ਟਰਨ ਕਰੋ। ਫਿਰ ਉਸ ਤੋਂ ਬਾਅਦ ਕ੍ਰੋਸ ਦਾ ਬ੍ਰਿਜ ਨੂੰ ਕ੍ਰੋਸ ਕਰਕੇ ਆਪਣੇ ਕੋਲੇ ਲਾਸਟ ਜਿਹੜੀ ਡੈਸਟੀਨੇਸ਼ਨ ਸੀ ਉਹ ਕੀ ਸੀ ਆਪਣੇ ਕੋਲੇ, ਡੀ ਵਾਲੀ ਡੈਸਟੀਨੇਸ਼ਨ। ਉਸ ਤੋਂ ਬਾਅਦ ਕਹਿੰਦੇ ਜੇ ਤੁਸੀਂ ਬਰਡ ਵਗੈਰਾ ਨੂੰ ਡਿਸਪਲੇ ਕਰਨਾ ਚਾਹੁੰਦੇ ਹੋ, ਹੰਟਿੰਗ ਬਰਡਸ ਵਗੈਰਾ ਪ੍ਰੋਪਰ ਦੇਖਣਾ ਚਾਹੁੰਦੇ ਹੋ, ਕਹਿੰਦੇ ਐਂਟਰੈਂਸ 'ਤੇ ਵਾਪਸ ਆਓ। ਵਾਪਸ ਆਉਣ ਤੋਂ ਬਾਅਦ ਉਹਨੇ ਕੀ ਕਿਹਾ ਰਾਜੇ, ਕਹਿੰਦੇ ਸਭ ਤੋਂ ਪਹਿਲਾਂ ਸਾਊਥ ਗੇਟ 'ਤੇ ਚਲੇ ਜਾਓ। ਸਾਊਥ ਗੇਟ ਤੋਂ ਤੁਸੀਂ ਫਸਟ ਰਾਈਟ ਲੈਣਾ। ਰਾਈਟ ਲੈਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਰਾਈਟ ਲੈਣਾ। ਫਸਟ ਰਾਈਟ ਤੋਂ ਬਾਅਦ ਅੱਗੇ ਆ ਜਾਓ। ਫਿਰ ਅੱਗੇ ਆਉਣ ਤੋਂ ਬਾਅਦ ਉਹਨੇ ਕਿਹਾ ਕਿ ਫਸਟ ਰਾਈਟ ਲੈ ਲਓ ਤਾਂ ਉੱਥੇ ਆਪਣੀ ਡੈਸਟੀਨੇਸ਼ਨ ਕੀ ਸੀ, ਐਫ ਵਾਲੀ ਡੈਸਟੀਨੇਸ਼ਨ ਸੀ। ਓਨਲੀ 2 ਡੈਸਟੀਨੇਸ਼ਨਸ ਆਰ ਲੈਫਟ। ਟ੍ਰੈਡੀਸ਼ਨਲ ਡੈਂਸਿੰਗ ਐਂਡ ਸ਼ੌਪ ਵਾਲਾ ਜਿਹੜਾ ਕੰਸੈਪਟ ਹੈ ਉਹ ਰਹਿ ਗਿਆ। ਉਹਨੂੰ ਵੀ ਆਪਾਂ ਮੇਨ ਐਂਟਰੈਂਸ ਤੋਂ ਸਟਾਰਟ ਕਰੂਗਾ ਮੇ ਬੀ, ਜਾਂ ਕਿਸੇ ਡੈਸਟੀਨੇਸ਼ਨ ਜਾਂ ਸਾਊਥ ਜਾਂ ਨਾਰਥ ਗੇਟ ਤੋਂ, ਉਹ ਆਪਾਂ ਪ੍ਰੋਪਰਲੀ ਦੇਖ ਲੈਂਦੇ। ਚਲੋ ਲੈਟਸ ਗੋ। Performance of traditional dancing on the outdoor stage. That's right at the other side of the castle from the entrance and over the bridge. It's about 10 minutes walk or so. And finally, the shop. It's actually inside one of the towers, but the way in is from the outside. Just take the first left after the main entrance, go down the path and take the first right. It's got some lovely gifts and souvenirs. Right, so we're just ਸੋ ਹੁਣ ਉਹਨੇ ਕੀ ਕਿਹਾ ਸੀ, ਟ੍ਰੈਡੀਸ਼ਨਲ ਡਾਂਸਿੰਗ ਲਈ ਆਪਾਂ ਨੇ ਕੀ ਕਰਨਾ, ਐਂਟਰੈਂਸ ਤੋਂ ਫਸਟ ਰਾਈਟ ਲੈਣਾ ਤੇ ਓਵਰ ਦਾ ਬ੍ਰਿਜ ਜਾਣਾ। ਤਾਂ ਬ੍ਰਿਜ ਤੋਂ ਓਵਰ ਕੀ ਸੀ ਆਪਣੇ ਕੋਲੇ, ਏ ਵਾਲਾ ਡੈਸਟੀਨੇਸ਼ਨ, ਤਾਂ ਏ ਹੋ ਗਿਆ। ਉਸ ਤੋਂ ਬਾਅਦ ਉਹਨੇ ਸ਼ੌਪ ਦੀ ਜਿਹੜੀ ਡੈਸਟੀਨੇਸ਼ਨ ਕੀ ਸੀ ਉਹਨੇ ਕਿਹਾ ਕਿ ਮੇਨ ਐਂਟਰੈਂਸ ਤੋਂ ਆਪਾਂ ਐਂਟਰ ਕਰਾਂਗੇ, ਫਸਟ ਲੈਫਟ ਰੋ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਫਸਟ ਲੈਫਟ ਲੈਣਾ ਉਸ ਤੋਂ ਬਾਅਦ ਕੀ ਲੈਣਾ, ਫਸਟ ਰਾਈਟ ਆਪਾਂ ਪੋਰਸ਼ਨ ਲੈਣਾ। ਉਹਦੇ ਵਿੱਚ ਕੀ ਆ ਜਾਊਗਾ ਆਪਣੇ ਕੋਲੇ, ਈ ਡੈਸਟੀਨੇਸ਼ਨ ਹੈ ਜਿਹੜੀ ਉਹ ਆਪਣੇ ਕੋਲੇ ਇਹਦੀ ਪੋਜੀਸ਼ਨ ਹੋ ਜੂਗੀ, ਜਿਹੜੀ ਸ਼ੌਪ ਦੀ ਇਹਨਾਂ ਨੇ ਡੈਸਟੀਨੇਸ਼ਨ ਦੱਸਿਆ ਆਪਾਂ ਨੂੰ, ਤਾਂ ਉਹ ਈ ਸੈਕਸ਼ਨ ਦੇ ਵਿੱਚ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਮੈਪ ਕਦੇ ਵੀ ਗਲਤ ਨਹੀਂ ਹੁੰਦਾ। ਟਰਾਈ ਟੂ ਬੀ ਕੌਨਸ਼ੀਅਸ ਵਾਈਲ ਐਗਜ਼ਾਮਾਈਨ ਯੂਅਰ ਜਿਹੜਾ ਮੈਪ ਹੋਊਗਾ ਉਹਨੂੰ ਪ੍ਰੋਪਰਲੀ ਤੁਸੀਂ ਜਦੋਂ ਐਨਾਲਾਈਜ਼ ਕਰੋਗੇ, ਟਰਾਈ ਟੂ ਐਨਾਲਾਈਜ਼ ਪ੍ਰੋਪਰਲੀ ਐਂਡ ਕੌਨਸ਼ੀਅਸਲੀ। ਫਸਟਲੀ ਤੁਸੀਂ ਕੀ ਕਰਨਾ ਹੈ, ਇੱਕ ਵਾਰ ਜਦੋਂ ਇਨ ਬਿਟਵੀਨ ਚ ਦੇ ਵਿੱਚ ਜਿਵੇਂ ਆਪਣੇ ਕੋਲੇ ਆ ਲਿਸਨਿੰਗ ਦਾ ਪੋਰਸ਼ਨ ਆ ਹੈ ਨਾ, ਇਹਦੇ ਵਿੱਚ ਕੀ ਹੁੰਦਾ, ਇੱਥੇ ਆਪਾਂ ਨੂੰ 60 ਸੈਕਿੰਡਸ ਮਿਲਦੇ ਆ, ਇੱਥੇ ਆਪਾਂ ਨੂੰ 30 ਸੈਕਿੰਡਸ ਮਿਲਦੇ ਆ ਇਹਨੂੰ ਕੰਪਲੀਟ ਕਰਨ ਤੋਂ ਬਾਅਦ। ਆਹ 60 ਸੈਕਿੰਡਸ ਦੇ ਵਿੱਚ ਤੁਸੀਂ ਆਲਮੋਸਟ 20 ਕੁਐਸਚਨ ਕਵਰ ਕਰ ਸਕਦੇ ਹੋ। ਜਸਟ ਸਿੰਪਲ ਰੀਡਿੰਗ ਵਾਸਤੇ, ਜਸਟ ਐਨਾਲਾਈਜ਼ ਕਰਨ ਵਾਸਤੇ। ਜਦੋਂ ਤੁਹਾਨੂੰ ਇਹ 30 ਸੈਕਿੰਡ ਦਊਗਾ, ਅਗਰ ਇਹ ਕੁਐਸਚਨ ਇਹ ਵਾਲਾ ਸੈਕਸ਼ਨ ਤੁਹਾਨੂੰ ਪ੍ਰੋਪਰਲੀ ਰੀਡ ਆਊਟ ਹੈ, ਦੈਨ ਮੂਵ ਟੂ ਦਾ ਅਨਦਰ ਵਨ, ਇਹਨੂੰ ਦੁਬਾਰੇ ਐਨਾਲਾਈਜ਼ ਕਰ ਲਓ। ਉਸ ਤੋਂ ਬਾਅਦ ਜਦੋਂ ਉਹ ਤੁਹਾਨੂੰ ਕਹੂਗਾ ਕਿ 30 ਸੈਕਿੰਡ ਰੀਡ ਯੋਰ ਕੁਐਸਚਨ 11 to 15, ਉਸ ਟਾਈਮ 'ਤੇ ਤੁਸੀਂ ਇਹੀ ਕੁਐਸਚਨ ਰੀਡ ਆਊਟ ਕਰਨੇ ਆ। ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਟਾਈਮ ਮੈਨੇਜ ਕਰਕੇ ਪਹਿਲਾਂ ਹੀ ਰੀਡ ਆਊਟ ਕਰ ਲੈਂਦੇ ਹਾਂ 3 to 4 times, ਦੈਨ ਡੈਫੀਨੇਟਲੀ ਯੂ ਕੈਨ not find any kind of difficulty and any kind of challenge in order to tackle your answers while attemptation of your map and of your each and every question of the listening. ਸੋ ਇਸ ਤਰੀਕੇ ਦੇ ਨਾਲ ਇਹ ਆਪਾਂ ਮੈਪ ਸਾਰਾ ਡਿਸਕਸ ਕੀਤਾ। ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਹੈ ਕਿਸੇ ਚੀਜ਼ ਦੇ ਰਿਲੇਟਡ ਤਾਂ ਆਪਾਂ ਕਮਿੰਗ ਵੀਡੀਓਜ਼ ਦੇ ਵਿੱਚ ਤੁਸੀਂ ਡਿਮਾਂਡ ਕਰ ਸਕਦੇ ਹੋ, ਅਤੇ ਆਪਾਂ ਹਰ ਕਿਊਰੀ ਹੈ ਤੁਹਾਡੀ ਕਿਊਰੀ ਦੇ ਅਕੋਰਡਿੰਗ, ਤੁਹਾਡੇ ਕਮੈਂਟਸ ਦੇ ਅਕੋਰਡਿੰਗ ਆਪਾਂ ਹੋਰ ਜਿਹੜੀਆਂ ਵੀਡੀਓਜ਼ ਹੈ ਉਹ ਅਪਲੋਡ ਕਰ ਸਕਦੇ ਹਾਂ। ਹੋਪ ਕਰਦੀ ਹਾਂ ਪ੍ਰੋਪਰਲੀ ਸਮਝ ਆਇਆ ਹੋਊਗਾ। ਦੈਨ ਜੇ ਫਿਰ ਵੀ ਕੋਈ ਡਾਊਟ ਹੈ ਦੈਨ ਕਮੈਂਟ ਔਨ ਮਾਈ ਵੀਡੀਓ। ਥੈਂਕ ਯੂ ਸੋ ਮਚ।